ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਸਵਿੰਦਰ ਸਿੰਘ ਰੰਧਾਵਾ, ਫਾਊਂਡਰ ਐਂਡ CEO ਆਫ ਗੁਰੂ ਨਾਨਕ ਕਿਡਜ਼ ਵਰਲਡ ਸਕੂਲ ਰਾਮਾ ਮੰਡੀ ਜਲੰਧਰ, ਕੋ-ਫਾਊਂਡਰ ਆਫ ਰੀਅਲ ਲਾਈਫ ਸਕੂਲ GTB ਨਗਰ ਜਲੰਧਰ। ਦੋਸਤੋ, ਐਜੂਕੇਸ਼ਨ ਲਾਈਨ ਦੇ ਵਿੱਚ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੇ ਹਾਂ ਆਫਟਰ ਕੰਪਲੀਟਿੰਗ ਆਵਰ ਸਟੱਡੀਜ਼। ਤੇ ਇੰਡੀਆ ਵਿੱਚ ਵੀ ਤੇ ਬਾਹਰ ਵੀ ਐਜੂਕੇਸ਼ਨ ਲਾਈਨ ਦੇ ਵਿੱਚ ਕੰਮ ਕੀਤਾ ਆ। ਤੇ ਇੱਥੇ ਆਪਣੇ ਜਲੰਧਰ ਦੇ ਵਿੱਚ 2 ਸਕੂਲ ਚਲਾ ਰਹੇ ਹਾਂ, ਪ੍ਰੀ ਸਕੂਲਸ ਕਮ ਡੇ ਕੇਅਰ। ਅੱਜ ਦਾ ਸੈਸ਼ਨ ਜਿਹੜਾ ਬਹੁਤ ਹੀ ਇੰਪੋਰਟੈਂਟ ਹੈਗਾ ਪੇਰੈਂਟਸ ਵਾਸਤੇ। ਸੈਸ਼ਨ ਸਾਰੇ ਹੀ ਆਪਣੀ ਵੱਲੋਂ ਕੋਸ਼ਿਸ਼ ਕਰੀਦੇ ਆ ਕਿ ਯੂਜ਼ਫੁਲ ਹੋਣ ਤੇ ਇੰਪੋਰਟੈਂਟ ਹੋਣ। ਜਦੋਂ ਕੋਵਿਡ ਦੀ ਵਜ੍ਹਾ ਨਾਲ ਕਰਫਿਊ ਤੇ ਲੋਕਡਾਊਨ ਲੱਗੇ ਸੀ, ਸਕੂਲ ਬੰਦ ਹੋ ਗਏ ਸੀ, ਮੈਂ ਉਹਨਾਂ ਦਿਨਾਂ ਦੇ ਵਿੱਚ ਵੀ ਵੀਡੀਓਜ਼ ਬਣਾ ਕੇ ਲੋਕਾਂ ਨੂੰ ਕਿ ਆਨਲਾਈਨ ਸਟੱਡੀ ਕਿਵੇਂ ਕਰਨੀ ਹੈ ਜਾਂ ਕੀ ਅਲਟਰਨੇਟਿਵ ਹੈਗਾ ਪੜ੍ਹਾਈ ਦਾ। ਤੇ ਔਰ ਇਹ ਚੀਜ਼ ਵੀ ਮੈਂ ਪ੍ਰੈਡਿਕਟ ਕੀਤੀ ਸੀ ਕਿ ਜਿਹੜੀ ਆਪਣਾ ਕੋਵਿਡ ਕਾਲ ਹੈਗਾ ਆ, ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਛੋਟੇ ਬੱਚਿਆਂ ਨੂੰ ਹੋਣਾ ਆ। ਔਰ ਉਹ ਅੱਜ ਦੇ ਵੀਡੀਓ ਵਿੱਚ ਵੀ ਆਪਾਂ ਉਸ ਚੀਜ਼ ਨੂੰ ਡਿਸਕਸ ਕਰਾਂਗੇ। ਔਰ ਉਹ ਫੈਕਟ ਹੁਣ ਆ ਰਹੇ ਨੇ ਜਦੋਂ ਇੰਨੇ ਟਾਈਮ ਤੋਂ ਬਾਅਦ, ਲਗਭਗ ਤੁਸੀਂ ਲਗਾ ਲਓ ਕਿ 20 ਮਾਰਚ 2020 ਨੂੰ ਸਕੂਲ ਬੰਦ ਹੋ ਗਏ ਸੀਗੇ ਤੇ ਵਿੱਚ ਫਰਵਰੀ ਦੇ ਵਿੱਚ ਗਵਰਨਮੈਂਟ ਨੇ ਕਿਹਾ ਸੀਗਾ ਸਕੂਲ ਖੋਲ੍ਹਣ ਵਾਸਤੇ। ਉਦੋਂ ਕੋਈ ਪੜ੍ਹਾਈ ਵਗੈਰਾ ਨਹੀਂ ਹੋਈ। ਉਦੋਂ ਸਕੂਲਸ ਜੋ ਸਾਰੇ ਸਕੂਲਸ ਐਡਮਿਸ਼ਨਾਂ ਤੇ ਫੋਕਸ ਕਰ ਰਹੇ ਸੀ, ਕਿਉਂਕਿ ਸਕੂਲ ਤਾਂ ਬਿਜ਼ਨਸ ਹਾਊਸ ਨੇ ਤੇ ਉਹਨਾਂ ਦਾ ਮੇਨ ਕੰਮ ਹੈਗਾ ਕਿ ਆਪਾਂ ਕਿੱਦਾਂ ਐਡਮਿਸ਼ਨਾਂ ਕਰੀਏ ਤੇ ਫੀਸਾਂ ਲਈਏ। ਤੇ ਮਾਰਚ ਵਿੱਚ ਫਿਰ 10 ਤਰੀਕ ਤੋਂ ਸਕੂਲ ਬੰਦ ਹੋ ਗਏ 2021 ਦੇ ਵਿੱਚ। ਤੇ ਹੁਣ ਫਿਰ ਦੁਬਾਰਾ ਗਵਰਨਮੈਂਟ ਨੇ ਕਿਹਾ ਕਿ ਸਕੂਲਸ ਖੋਲੋ, ਲੇਕਿਨ ਨਾਲ ਹੀ ਗਵਰਨਮੈਂਟ ਤੇ ਮੀਡੀਆ ਜਿਹੜਾ ਆ ਉਹ ਇਸ ਚੀਜ਼ ਨੂੰ ਵੀ ਪ੍ਰਮੋਟ ਕਰ ਰਿਹਾ ਹੈਗਾ ਆ। ਨਿਊਜ਼ ਆ ਰਹੀਆਂ ਕਿ 3rd ਵੇਵ ਜਿਹੜੀ ਆ ਉਹ ਬੱਚਿਆਂ ਵਾਸਤੇ ਖਤਰਨਾਕ ਹੈ ਤੇ ਇਸ ਕਰਕੇ ਪੇਰੈਂਟਸ ਡਰੇ ਹੋਏ ਨੇ। ਉਹ ਬੱਚਿਆਂ ਨੂੰ ਸਕੂਲ ਹਜੇ ਵੀ ਉਸ ਸਟਰੈਂਥ ਦੇ ਵਿੱਚ ਬੱਚੇ ਸਕੂਲ ਨਹੀਂ ਜਾ ਰਹੇ। ਔਰ ਡਰਨਾ ਜਾਇਜ਼ ਵੀ ਹੈ, ਕਿਉਂਕਿ ਸਾਡੇ ਵਾਸਤੇ ਸਭ ਤੋਂ ਇੰਪੋਰਟੈਂਟ ਸਾਡੇ ਬੱਚੇ ਨੇ। ਅਸੀਂ ਕਿੰਨਾ ਵਾਸਤੇ ਕੰਮਕਾਰ ਕਰ ਰਹੇ ਹਾਂ, ਕਿੰਨਾ ਵਾਸਤੇ ਕਮਾ ਰਹੇ ਹਾਂ? ਆਪਣੇ ਬੱਚਿਆਂ ਵਾਸਤੇ। ਤੇ ਜੇ ਅਸੀਂ ਆਪਣੇ ਬੱਚਿਆਂ ਦਾ ਹੀ ਖਿਆਲ ਨਹੀਂ ਰੱਖਾਂਗੇ ਤੇ ਫਿਰ ਅਸੀਂ ਸਾਡੀ ਜੋ ਧਨ ਦੌਲਤ ਹੈ ਉਹਦਾ ਕੀ ਫਾਇਦਾ ਹੈਗਾ? ਤੇ ਇਸ ਕਰਕੇ ਇਹ ਡਰ ਬਿਲਕੁਲ ਜਾਇਜ਼ ਹੈ ਔਰ ਡਰ ਹੋਣਾ ਵੀ ਚਾਹੀਦਾ, ਕਿਉਂਕਿ ਸਰਕਾਰ ਤੇ ਸਕੂਲ ਤੇ ਕੋਈ ਰਿਸਪੌਂਸਿਬਿਲਟੀ ਲੈ ਨਹੀਂ ਰਹੇ ਹੈਗੇ। ਉਹ ਤਾਂ ਕਹਿ ਰਹੇ ਕਿ ਕੰਸੈਂਟ ਤੁਸੀਂ ਫਿਲ ਕਰਕੇ ਭੇਜ ਦਿਓ। ਤੇ ਥੈਂਕ ਯੂ ਅੰਜਲੀ ਮੈਮ। ਤੇ ਕੰਸੈਂਟ ਜਦੋਂ ਤੁਹਾਡਾ ਤੁਸੀਂ ਫਿਲ ਕਰਕੇ ਭੇਜ ਦਿਓ, ਮੀਨਸ ਸਕੂਲ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੈ। ਤੁਹਾਡੇ ਬੱਚੇ ਨੂੰ ਜੇ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਤੇ ਸਕੂਲ ਕੋਈ ਆਨਸਰੇਬਲ ਨਹੀਂ ਹੈਗਾ। ਔਰ ਇੰਨੇ ਵੱਡੇ ਵੱਡੇ ਸਕੂਲ ਪ੍ਰਮਾਈਸਿਸ, ਇੰਨਾ ਇਨਫਰਾਸਟਰਕਚਰ, ਸਾਰਾ ਕੁਛ, ਉਹਨੂੰ ਪ੍ਰੋਪਰਲੀ ਸੈਨੀਟਾਈਜ਼ ਕਰਨਾ ਔਰ ਡੇਲੀ ਬੇਸਿਸ ਤੇ ਸੈਨੀਟਾਈਜ਼ ਕਰਨਾ ਔਰ ਇੰਨੇ ਸਾਰੇ ਬੱਚਿਆਂ ਨੂੰ ਰੈਗੂਲਰਲੀ ਜੋ ਹੈ ਆਪਾਂ ਉਹਨਾਂ ਦੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਤੇ ਉਹਨਾਂ ਦੇ ਉੱਤੇ ਨਜ਼ਰ ਰੱਖਣੀ ਕਿ ਉਹ ਮਾਸਕ ਪਾ ਰਹੇ ਨੇ, ਸੈਨੀਟਾਈਜ਼ ਕਰ ਰਹੇ। ਦੈਟ ਇਜ਼ ਵੈਰੀ ਡਿਫਿਕਲਟ। ਹੁਣ ਅੱਜ ਦਾ ਲਾਈਵ ਸੈਸ਼ਨ ਜੋ ਹੈ ਉਹ ਇਸ ਚੀਜ਼ ਉੱਪਰ ਨਹੀਂ ਹੈ ਕਿ ਆਪਾਂ ਜਦੋਂ ਬੱਚਿਆਂ ਨੂੰ ਸਕੂਲ ਭੇਜ ਰਹੇ ਹਾਂ ਤੇ ਉਹਨਾਂ ਦਾ ਜੋ ਸੋਸ਼ਲ ਡਿਸਟੈਂਸਿੰਗ ਦਾ ਤੇ ਸੈਨੀਟਾਈਜੇਸ਼ਨ ਦਾ ਖਿਆਲ ਕਿੱਦਾਂ ਰੱਖਿਆ ਜਾਏ। ਅੱਜ ਦਾ ਸੈਸ਼ਨ ਇਸ ਚੀਜ਼ ਤੇ ਹੈ ਕਿ ਪਿਛਲੇ 1.5 ਸਾਲ ਤੋਂ ਲਗਭਗ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ ਉਹਨੂੰ ਕਿੱਦਾਂ ਪੂਰਾ ਕੀਤਾ ਜਾਏ, ਉਹਦੇ ਵਾਸਤੇ ਕੀ ਕੀਤਾ ਜਾਏ। ਕੁਐਸਚਨ ਇਹ ਹੈਗਾ। ਹੁਣ ਇਹਦੇ ਬਾਰੇ ਪੇਰੈਂਟਸ ਵੀ ਥੋੜਾ ਜਿਹਾ ਕੌਨਸ਼ੀਅਸ ਹੋਣ। ਮੈਂ ਇੱਕ ਵਾਰੀ ਫੇਰ ਕਹਿਣਾ ਕਿ ਪੜ੍ਹਾਈ ਇੱਕ ਜਰਨੀ ਦੀ ਤਰ੍ਹਾਂ ਆ। ਮੈਂ ਇੱਕ ਬੜੀ ਸਿੰਪਲ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਉਣਾ ਹੈ ਕਿ ਜੇ ਆਪਾਂ ਇੱਥੋਂ ਦਿੱਲੀ ਜਾਣਾ ਹੋਏ, ਰਾਈਟ, ਤੇ ਆਪਾਂ ਜਰਨੀ ਸਟਾਰਟ ਕਰਦੇ ਆ ਔਰ ਉਸ ਜਰਨੀ ਦਾ ਇੱਕ ਪਾਰਟਿਕੂਲਰ ਟਾਈਮ ਹੁੰਦਾ ਜੇ ਆਪਾਂ ਨਾਰਮਲ ਸਪੀਡ ਤੇ ਜਾਈਏ। ਇਸੇ ਤਰ੍ਹਾਂ ਬੱਚੇ ਜਦੋਂ ਪੜ੍ਹਾਈ ਸ਼ੁਰੂ ਕਰਦੇ ਨੇ ਉਹ ਨਰਸਰੀ ਕਲਾਸ ਤੋਂ ਸ਼ੁਰੂ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਜਰਨੀ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਜਿੱਦਾਂ ਸਾਡੀ ਟਰੈਵਲਿੰਗ ਦੇ ਵਿੱਚ ਰਸਤੇ ਵਿੱਚ ਲੁਧਿਆਣਾ ਆਉਂਦਾ ਆ, ਉਸ ਤੋਂ ਬਾਅਦ ਅਲੱਗ-ਅਲੱਗ ਜਿਹੜੀਆਂ ਜਗ੍ਹਾਵਾਂ ਹੁੰਦੀਆਂ ਤੇ ਸਾਨੂੰ ਇਹ ਕਨਫਰਮੇਸ਼ਨ ਹੁੰਦੀ ਹੈ ਕਿ ਸਾਡਾ ਜਿਹੜਾ ਡੈਸਟੀਨੇਸ਼ਨ ਹੈ ਅਸੀਂ ਉਹਦੇ ਵੱਲ ਨੂੰ ਸਹੀ ਜਾ ਰਹੇ ਹਾਂ ਤੇ ਉੱਥੇ ਅਸੀਂ ਪਹੁੰਚ ਜਾਵਾਂਗੇ।
ਤੇ ਨਾਲੇ ਸਾਨੂੰ ਇਹ ਵੀ ਅੰਦਾਜ਼ਾ ਹੋ ਜਾਂਦਾ ਕਿ ਅਸੀਂ ਟਾਈਮ ਸਿਰ ਪਹੁੰਚ ਜਾਵਾਂਗੇ। ਤੇ ਪੜ੍ਹਾਈ ਦੇ ਵਿੱਚ ਵੀ ਜਿਹੜੇ ਇੱਦਾਂ ਦੇ ਮਾਈਲਸਟੋਨਸ ਹੈਗੇ ਨੇ ਉਹ ਹੈਗੇ ਜਦੋਂ ਆਪਾਂ ਨਰਸਰੀ ਤੋਂ ਸਟਾਰਟ ਕਰਦੇ ਆ, ਉਸ ਤੋਂ ਬਾਅਦ 8ਵੀਂ, ਫਿਰ 9ਵੀਂ 10ਵੀਂ ਔਰ 12ਵੀਂ, ਤੇ ਫਿਰ ਕਾਲਜ ਦੀ ਸਟੱਡੀ ਦੇ ਵਿੱਚ ਜੋ ਗ੍ਰੈਜੂਏਸ਼ਨ ਦਾ ਫਾਈਨਲ ਈਅਰ, ਮਾਸਟਰ ਡਿਗਰੀ ਵਿੱਚ ਮਾਸਟਰ ਡਿਗਰੀ ਦਾ ਫਾਈਨਲ ਈਅਰ, ਇਹ ਸਾਡੇ ਮਾਈਲਸਟੋਨਸ ਨੇ ਜਿਹੜੇ ਕਿ ਸਾਨੂੰ ਦੱਸਦੇ ਹੈਗੇ ਨੇ ਕਿ ਆਪਾਂ ਜੋ ਹੈ ਆਪਾਂ ਕੁਝ ਅਚੀਵ ਕਰ ਲਿਆ, ਆਪਾਂ ਆਪਣੀ ਜੋ ਡੈਸਟੀਨੇਸ਼ਨ ਹੈ ਉਹਦੇ ਤੇ ਪਹੁੰਚ ਗਏ। ਹੁਣ ਦੋ ਕੰਡੀਸ਼ਨਸ ਹੁੰਦੀਆਂ ਨੇ ਕਿ ਜਦੋਂ ਆਪਾਂ ਜੋ ਹੈ ਆਪਾਂ ਨੂੰ ਨੁਕਸਾਨ ਜ਼ਿਆਦਾ ਹੁੰਦਾ। ਇੱਕ ਤਾਂ ਆਪਾਂ ਇੱਥੋਂ ਦਿੱਲੀ ਜਾਣਾ ਆ, ਰਾਈਟ, ਤੇ ਸਾਨੂੰ ਪਤਾ ਲੱਗ ਗਿਆ ਕਿ ਜੋ ਦਿੱਲੀ ਵਿੱਚ ਕੁਝ ਪ੍ਰੋਬਲਮ ਹੈ ਤੇ ਉੱਥੇ ਆਪਾਂ ਜਾ ਨਹੀਂ ਸਕਦੇ, ਤੇ ਆਪਾਂ ਜਰਨੀ ਸਟਾਰਟ ਹੀ ਨਹੀਂ ਕੀਤੀ। ਇਹੀ ਚੀਜ਼ ਸਾਡੇ ਛੋਟੇ ਬੱਚਿਆਂ ਨਾਲ ਹੋਈ ਹੈ ਕਿ ਜਦੋਂ ਲੋਕਡਾਊਨ ਲੱਗ ਗਿਆ ਤੇ ਜਿਹੜੇ ਬੱਚਿਆਂ ਦੀ ਪੜ੍ਹਾਈ ਸਟਾਰਟ ਹੋਣੀ ਸੀ ਉਹਨਾਂ ਦੀ ਪੜ੍ਹਾਈ ਸਟਾਰਟ ਹੀ ਨਹੀਂ ਹੋਈ। ਹੁਣ ਬੱਚੇ ਸਾਡੇ ਕੋਲ 4-4 5-5 ਸਾਲ ਦੇ ਆਂਦੇ ਪਏ ਨੇ, ਉਹਨਾਂ ਨੂੰ ਪੈਨਸਲ ਫੜਨੀ ਤੱਕ ਨਹੀਂ ਆਉਂਦੀ ਹੈਗੀ। ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਦਾ ਹੋਇਆ, ਰਾਈਟ। ਹੁਣ ਸੈਕੰਡ ਸਿਨੈਰੀਓ ਕਹਿੰਦੇ ਜਿਹੜੇ ਬੱਚੇ ਪੜ੍ਹ ਰਹੇ ਨੇ, ਫॉर ਐਗਜ਼ਾਮਪਲ ਜਿਹੜੇ ਲੋਕ ਜੋ ਜਰਨੀ ਦੇ ਵਿੱਚ ਆਲਰੇਡੀ ਜਿਨ੍ਹਾਂ ਨੇ ਸਟਾਰਟ ਕੀਤੀ ਹੋਈ ਸੀਗੀ, ਆਪਾਂ ਇਦਾਂ ਐਗਜ਼ਾਮਪਲਸ ਨੂੰ ਮੈਚ ਕਰਦੇ ਪਏ ਆ ਨਾ, ਕਿ ਦਿੱਲੀ ਜਾਣ ਦੇ ਰਸਤੇ ਤੇ ਸੀਗੇ ਤੇ ਉਹਨਾਂ ਨੂੰ ਲੱਗਾ ਕਿ ਅੱਗੇ ਪ੍ਰੋਬਲਮ ਹੈ ਤੇ ਉਹਨਾਂ ਨੇ ਆਪਣੀ ਜਰਨੀ ਥੋੜੀ ਜਿਹੀ ਸਲੋ ਕਰ ਦਿੱਤੀ, ਔਰ ਜਦੋਂ ਪਤਾ ਲੱਗਾ ਅੱਗੇ ਸਭ ਕੁਝ ਕਲੀਅਰ ਹੈ ਤੇ ਥੋੜੀ ਜਿਹੀ ਸਪੀਡ ਵਧਾ ਕੇ ਤੇ ਉਹ ਆਪਣੇ ਡੈਸਟੀਨੇਸ਼ਨ ਤੇ ਵੀ ਆਲਮੋਸਟ ਸੇਮ ਟਾਈਮ ਤੇ ਪਹੁੰਚ ਗਏ। ਹੁਣ ਜਿਹੜੇ ਬੱਚੇ ਜੋ ਹੈ ਉਹ ਮਤਲਬ ਆਪਣੀ ਪੜ੍ਹਾਈ ਸ਼ੁਰੂ ਕਰ ਚੁੱਕੇ ਸੀਗੇ, ਕਿਸੇ ਮਾਈਲਸਟੋਨ ਦੇ ਕਰੀਬ ਨਹੀਂ ਸੀ, ਜਿੱਦਾਂ 9ਵੀਂ 10ਵੀਂ 11ਵੀਂ 12ਵੀਂ ਦੀ ਗੱਲ ਨਹੀਂ ਕਰ ਰਿਹਾ, ਵਿਚਕਾਰ ਵਾਲੀਆਂ ਕਲਾਸਾਂ ਵਾਲੇ ਬੱਚੇ ਸੀਗੇ। ਨੁਕਸਾਨ ਉਹਨਾਂ ਨੂੰ ਵੀ ਹੋਇਆ, ਲਾਸ ਉਹਨਾਂ ਨੂੰ ਵੀ ਹੋਇਆ, ਲੇਕਿਨ ਉਹਨਾਂ ਦਾ ਲਾਸ ਰਿਕਵਰ ਹੋ ਜਾਏਗਾ। ਮੰਨ ਲਓ ਇੱਕ ਬੱਚਾ 5ਵੀਂ 6ਵੀਂ ਦੇ ਵਿੱਚ ਹੈ, ਠੀਕ ਹੈ, ਹੁਣ ਉਹਨੇ 10ਵੀਂ ਦੇ ਮਾਈਲਸਟੋਨ ਨੂੰ ਅਚੀਵ ਕਰਨਾ, ਕਿਉਂਕਿ 10ਵੀਂ ਦੇ ਪੜ੍ਹਾਈ ਦਾ ਜਾਂ 10ਵੀਂ ਦੇ ਸਕੋਰ ਦਾ ਇੱਕ ਖਾਸ ਅਹਿਮੀਅਤ ਹੈ। ਉਸ ਤੋਂ ਬਾਅਦ 12ਵੀਂ ਦੇ ਸਕੋਰ ਦੀ ਇੱਕ ਖਾਸ ਅਹਿਮੀਅਤ ਹੈ, ਕਿਉਂਕਿ ਉਸ ਤੋਂ ਬਾਅਦ ਅਸੀਂ ਕਰੀਅਰ ਚੂਜ਼ ਕਰਨਾ। ਤੇ ਜਿਹੜਾ ਬੱਚਾ 5ਵੀਂ 6ਵੀਂ 'ਚ ਹੈ, ਜੇ ਲੋਕਡਾਊਨ ਦੇ ਕਰਕੇ ਉਹਦੀ ਪੜ੍ਹਾਈ ਦਾ ਨੁਕਸਾਨ ਹੋਇਆ, ਹਜੇ ਵੀ ਉਹਦੇ ਕੋਲ 4-5 ਸਾਲ ਹੈਗੇ ਨੇ, ਉਹ ਆਪਣੀ ਸਪੀਡ ਵਧਾ ਕੇ ਆਪਣੀ ਪੜ੍ਹਾਈ ਨੂੰ ਉੱਪਰ ਜ਼ਿਆਦਾ ਫੋਕਸ ਕਰਕੇ, ਜਾਂ ਮਾਪੇ ਜੋ ਹੈ ਉਸ ਬੱਚੇ ਦੀ ਪੜ੍ਹਾਈ ਉੱਪਰ ਜ਼ਿਆਦਾ ਫੋਕਸ ਕਰਕੇ ਤੇ ਉਹਨੂੰ ਰਿਕਵਰ ਕਰਵਾ ਸਕਦੇ। ਉਹਨੂੰ ਆਲਮੋਸਟ ਜ਼ੀਰੋ ਲਾਸ ਆਪਾਂ ਕਵਾਂਗੇ ਹੋਇਆ, ਕਿਉਂਕਿ ਉਹ ਲਾਸ ਨੂੰ ਰਿਕਵਰ ਕਰ ਲੇਗਾ। ਹੁਣ ਲਾਸ ਉਹਨਾਂ ਲੋਕਾਂ ਨੂੰ ਹੋਇਆ ਜਿਹੜੇ ਕਿ ਆਪਣੇ ਜੋ ਮਾਈਲਸਟੋਨ ਜਾਂ ਡੈਸਟੀਨੇਸ਼ਨ ਤੇ ਪਹੁੰਚਣ ਵਾਲੇ ਸੀ। ਮੰਨ ਲਓ ਕੋਈ ਬੱਚਾ ਜਿਹੜਾ ਉਹ 10ਵੀਂ ਕਰ ਰਿਹਾ ਸੀਗਾ, ਕੋਈ ਬੱਚਾ +2 ਕਰ ਰਿਹਾ ਸੀਗਾ, ਉਹਨਾਂ ਬੱਚਿਆਂ ਦਾ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਪਾਸ ਕਰ ਦਿੱਤਾ ਗਿਆ ਔਨ ਐਨ ਐਵਰੇਜ ਬੇਸਿਸ ਦੇ ਉੱਤੇ, ਉਹਦੀ ਸਹੀ ਇਵੈਲੂਏਸ਼ਨ ਨਹੀਂ ਹੋਈ। ਇਸ ਚੀਜ਼ ਦਾ ਉਹਨਾਂ ਬੱਚਿਆਂ ਨੂੰ ਅੱਗੇ ਜਾ ਕੇ ਪਤਾ ਲੱਗੇਗਾ ਕਿ ਕਿੰਨਾ ਲਾਸ ਹੋਇਆ। ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਕਿਉਂਕਿ ਇਹ ਸਭ ਚੀਜ਼ਾਂ ਦੇ ਪ੍ਰੈਕਟੀਕਲ ਮਤਲਬ ਐਕਸਪੀਰੀਅੰਸ ਮੈਂ ਕੀਤਾ ਹੈਗਾ। ਲਾਈਕ ਕੱਲ ਪਰਸੋਂ ਮੈਨੂੰ ਇੱਕ ਜਗ੍ਹਾ ਤੋਂ ਫੋਨ ਆਇਆ ਕਿ ਬੱਚੇ ਦੀ ਪੜ੍ਹਾਈ ਬਹੁਤ ਵਧੀਆ ਰਹੀ ਹੈ, ਲੇਕਿਨ ਜਿਹੜਾ ਉਹਨੂੰ ਅਸੈਸਮੈਂਟ ਦੇ ਬੇਸਿਸ ਤੇ ਸਕੋਰ ਦਿੱਤਾ ਗਿਆ ਤੇ ਉਹਦੇ ਸਿਰਫ 65-66% ਮਾਰਕਸ ਮਿਲੇ ਨੇ ਉਹਨੂੰ, ਠੀਕ ਹੈ। ਹੁਣ ਇਹ 'ਚ ਕੀ ਹੋ ਸਕਦਾ ਕਿ ਜੋ CBSE ਨੇ ਬੱਚੇ ਪਾਸ ਕੀਤੇ ਨੇ ਜਾਂ ਆਪਣੇ ਬੋਰਡਸ ਨੇ ਬੱਚਿਆਂ ਨੂੰ ਉੱਦਾਂ ਹੀ ਪਾਸ ਕੀਤਾ ਆ, ਉਹ ਸਿਰਫ ਟੀਚਰਸ ਦੀ ਇੰਟਰਨਲ ਅਸੈਸਮੈਂਟ ਦੇ ਬੇਸਿਸ ਤੇ ਆ। ਹੁਣ ਟੂ ਬੀ ਵੈਰੀ ਓਨੈਸਟ, ਇਹ ਮਤਲਬ ਗੁਰੂ ਚੇਲੇ ਵਾਲਾ ਰਿਲੇਸ਼ਨ ਅੱਜ ਕੱਲ੍ਹ ਥੋੜ੍ਹਾ ਜਿਹਾ ਘਟ ਗਿਆ ਹੈ। ਇਸ ਕਰਕੇ ਕਈ ਵਾਰੀ ਜਦੋਂ ਇੰਟਰਨਲ ਅਸੈਸਮੈਂਟ ਹੁੰਦੀ ਹੈ ਤੇ ਟੀਚਰ ਜਿਹੜੇ ਬੱਚਿਆਂ ਨਾਲ ਟੀਚਰਸ ਦੇ ਅੱਛੇ ਰਿਲੇਸ਼ਨ ਨਹੀਂ ਹੁੰਦੇ ਤੇ ਉਹਨਾਂ ਵਾਸਤੇ ਉਹ ਮਾਰਕਸ ਥੋੜੇ ਜਿਹੇ ਘੁੱਟ ਕੇ ਦਿੰਦੇ ਨੇ, ਜਦ ਕਿ ਹੋ ਸਕਦਾ ਕਿ ਉਹ ਬੱਚਾ ਪੜ੍ਹਾਈ ਵਿੱਚ ਬਹੁਤ ਵਧੀਆ ਹੋਏ ਤੇ ਜੇ ਉਹਦੇ ਮਾਰਕਸ ਇੰਟਰਨਲ ਅਸੈਸਮੈਂਟ ਦੇ ਵਿੱਚ ਟੀਚਰ ਦੇ ਨਾਲ ਸਹੀ ਤਾਲਮੇਲ ਨਾ ਹੋਣ ਕਰਕੇ ਘੱਟ ਵੀ ਲੱਗੇ ਹੋਣ ਤੇ ਉਹ ਰਿਟਨ ਦੇ ਵਿੱਚ ਸਕੋਰ ਕਰਕੇ ਅੱਛੇ ਮਾਰਕਸ ਲੈ ਜਾਂਦਾ ਸੀ। ਪਰ ਹੁਣ ਤਾਂ ਸਾਰਾ ਕੁਝ ਹੀ ਜੋ ਹੈ ਉਹ ਇੰਟਰਨਲ ਅਸੈਸਮੈਂਟ ਦੇ ਬੇਸਿਸ ਤੇ ਹੋਇਆ, ਤੇ ਇਸ ਕਰਕੇ ਕਿਸੇ ਨਾ ਕਿਸੇ ਜਗ੍ਹਾ ਤੇ ਇਹਨਾਂ ਬੱਚਿਆਂ ਨੂੰ ਨੁਕਸਾਨ ਹੋਇਆ। ਮਤਲਬ ਕਿ ਦਿੱਲੀ ਪਹੁੰਚਣ ਲੱਗੇ ਸੀ ਤੇ ਟ੍ਰੈਫਿਕ ਜੈਮ ਲੱਗ ਗਿਆ, ਉੱਥੇ ਬੜੀ ਤਕਲੀਫ ਹੁੰਦੀ ਹੈ ਔਰ ਇਹ ਅਕਸਰ ਹੋ ਜਾਂਦਾ, ਰਾਈਟ।
ਹੁਣ ਆਪਾਂ ਆ ਜਾਈਏ ਕਿ ਸੋਲਿਊਸ਼ਨ ਕੀ ਹੈਗਾ। ਮੈਂ ਪੇਰੈਂਟਸ ਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹੈਗਾ ਕਿ ਹੁਣ ਹੋਰ ਜ਼ਿਆਦਾ ਵੇਟ ਨਾ ਕਰੋ। ਜਿਨ੍ਹਾਂ ਬੱਚਿਆਂ ਦੀ ਪੜ੍ਹਾਈ ਸਟਾਰਟ ਹੋਣੀ ਸੀ ਅੱਜ ਤੋਂ ਸਾਲ ਪਹਿਲੋਂ ਜਾਂ ਇਸ ਸਾਲ, ਉਹਨਾਂ ਦੀ ਪੜ੍ਹਾਈ ਸਟਾਰਟ ਕਰਵਾ ਦਿਓ, ਕਿਉਂਕਿ ਜੇ ਉਹਨਾਂ ਦੀ ਪੜ੍ਹਾਈ ਸਟਾਰਟ ਹੀ ਨਹੀਂ ਹੋਈ ਤਾਂ ਉਹਨਾਂ ਦਾ ਸਾਲ ਮਾਰਿਆ ਜਾਣਾ। ਆਲਰੇਡੀ ਬਹੁਤ ਸਾਰੇ ਬੱਚਿਆਂ ਦੇ ਸਾਲ ਮਾਰੇ ਗਏ ਨੇ। ਇਸ ਚੀਜ਼ ਨੂੰ ਭਾਵੇਂ ਤੁਸੀਂ ਐਕਸੈਪਟ ਕਰੋ ਨਾ ਕਰੋ, ਬਹੁਤ ਸਾਰੇ ਬੱਚਿਆਂ ਦੇ ਜੋ ਸਾਲ ਨੇ ਮਾਰੇ ਗਏ ਨੇ। ਅੱਜ ਸਾਡੇ ਕੋਲ ਬੱਚੇ ਆਉਂਦੇ ਨੇ 5-5 ਸਾਲ ਦੇ, ਲੇਕਿਨ ਜੇ ਉਹਨਾਂ ਨੂੰ ਪੈਨਸਲ ਵੀ ਫੜਨੀ ਨਹੀਂ ਆ ਰਹੀ ਹੈਗੀ ਤੇ ਅਸੀਂ ਉਹਨਾਂ ਨੂੰ ਕਿਵੇਂ ਕਰਵਾਈਏ? ਕਿਉਂਕਿ ਜੇ ਆਪਾਂ ਉਹਨਾਂ ਨੂੰ LKG ਜਾਂ UKG ਦੇ ਹਿਸਾਬ ਨਾਲ ਕਰਵਾਉਣਾ ਸ਼ੁਰੂ ਕਰਦੇ ਹਾਂ, ਦੋਜ਼ ਕਿਡਸ ਵਿਲ ਕਮ ਅੰਡਰ ਸਟ੍ਰੈਸ, ਪੇਰੈਂਟਸ ਵਿਲ ਆਲਸੋ ਕਮ ਅੰਡਰ ਸਟ੍ਰੈਸ, ਦੋਨਾਂ ਨੂੰ ਸਟ੍ਰੈਸ ਆ ਜਾਣਾ। ਇਸ ਕਰਕੇ ਉਹਨਾਂ ਨੂੰ 1 ਸਾਲ ਪਿੱਛੇ ਲੈਣਾ ਹੀ ਪੈਣਾ। ਹੁਣ ਇਹ ਹੈ ਕਿ ਉਹਨਾਂ ਦਾ ਬੇਸ ਵਧੀਆ ਬਣਾਉਣ ਤੋਂ ਬਾਅਦ ਅੱਗੇ ਚੱਲਦੇ ਚੱਲਦੇ ਜਿੱਦਾਂ ਕਹਿੰਦੇ ਗੱਡੀ ਦੀ ਸਪੀਡ ਥੋੜੀ ਵਧਾ ਕੇ ਤੇ ਇਸ ਲਾਸ ਨੂੰ ਕਵਰ ਕੀਤਾ ਜਾ ਸਕੇ ਜਾਂ ਨਾ ਜਾ ਸਕੇ, ਕਿਉਂਕਿ ਜੋ ਚੀਜ਼ ਬੇਸ ਈਅਰ ਦੇ ਵਿੱਚ ਲੱਗਦੀ ਹੈ ਉਸ ਤੋਂ ਬਾਅਦ ਹੌਲੀ ਹੌਲੀ ਸਿਲੇਬਸ ਵੀ ਵਧੀ ਜਾਂਦੇ ਨੇ, ਠੀਕ ਹੈ, ਪੜ੍ਹਾਈ ਵੀ ਡਿਫਿਕਲਟ ਹੋਈ ਜਾਂਦੀ ਹੈ ਤੇ ਅੱਗੇ ਜਾ ਕੇ ਉਹਨੂੰ ਰਿਕਵਰ ਕਰਨਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਜਰਨੀ ਹੀ ਸਟਾਰਟ ਨਹੀਂ ਹੋਈ। ਸੈਕੰਡ ਕੁਐਸਚਨ ਆਉਂਦਾ ਹੈਗਾ ਕਿ ਸਾਡੇ ਬੱਚੇ ਦੀ ਸੇਫਟੀ, ਜੇ ਆਪਾਂ ਉਹਨੂੰ ਸਕੂਲ ਭੇਜਦੇ ਹਾਂ, ਪਹਿਲੀ ਗੱਲ ਜਿਨ੍ਹਾਂ ਦੀ ਜਰਨੀ ਸਟਾਰਟ ਹੋਣੀ ਆ ਆਨਲਾਈਨ ਨਹੀਂ ਹੋਣੀ। ਜੇ ਇੱਥੋਂ ਦਿੱਲੀ ਜਾਣਾ ਆ ਤੇ ਤੁਸੀਂ ਸਿਰਫ ਇਮੈਜੀਨੇਸ਼ਨ 'ਚ ਗੱਡੀ ਚਲਾ ਕੇ ਨਹੀਂ ਜਾ ਸਕਦੇ। ਇਸ ਕਰਕੇ ਜਿਨ੍ਹਾਂ ਦੀ ਸਟੱਡੀ ਸਟਾਰਟ ਹੋਣੀ ਹੈ ਉਹ ਆਫਲਾਈਨ ਦੇ ਵਿੱਚ ਹੀ ਉਹਨਾਂ ਨੂੰ ਕੁਛ ਨਾ ਕੁਛ ਆਉਣਾ ਆ। ਇਸ ਫੈਕਟ ਨੂੰ, ਇਸ ਸੱਚਾਈ ਨੂੰ ਐਕਸੈਪਟ ਕਰਨ ਸਕੂਲਸ ਵੀ, ਟੀਚਰਸ ਵੀ ਤੇ ਪੇਰੈਂਟਸ ਵੀ, ਕਿ ਜੇਕਰ ਬੱਚਾ ਜੋ ਹੈ ਉਹ ਸਕੂਲ ਹੀ ਨਹੀਂ ਗਿਆ, ਟੀਚਰ ਨਾਲ ਇੰਟਰੈਕਟ ਹੀ ਨਹੀਂ ਕੀਤਾ, ਠੀਕ ਹੈ, ਉਹ ਆਨਲਾਈਨ ਪੜ੍ਹਾਈ ਦੇ ਵਿੱਚ ਕੁਛ ਨਹੀਂ ਸਿੱਖ ਸਕਦਾ। ਔਰ ਪੇਰੈਂਟਸ ਨੇ ਖੁਦ ਦੇਖਿਆ ਹੈਗਾ ਕਿ ਬਹੁਤ ਵਧੀਆ ਵਧੀਆ ਪਲੇ ਸਕੂਲਸ, ਪ੍ਰੀ ਸਕੂਲਸ ਆਨਲਾਈਨ ਕਲਾਸਿਸ ਲਗਾ ਰਹੇ ਹੈਗੇ ਨੇ, ਲੇਕਿਨ ਉਹ ਸਭ ਕੁਛ ਨਾ ਇੱਕ ਫਨ ਜ਼ਰੂਰ ਹੈਗਾ ਬਟ ਲਰਨਿੰਗ ਹੈ ਕਿ ਨਹੀਂ ਇਹ ਤੁਸੀਂ ਆਪ ਐਨਾਲਾਈਜ਼ ਕਰ ਲਿਓ। ਇਟਸ ਓਨਲੀ ਅ ਫਨ because kids they don't want to sit in an online class, and to make their class entertaining, not educational, not learning, so the teachers they have to do lot of activities, they have to sing a song, they have to tell us stories, okay, oral communication skills improve ho rahe ne, but what about the written skills? teacher sirf ek ਵੀਡੀਓ ਬਣਾ ਕੇ ਭੇਜ ਦੇਗੀ ਕਿ ਪੈਨਸਲ ਦੇ ਨਾਲ ਇਦਾਂ ਸਲੀਪਿੰਗ ਲਾਈਨ, ਇਦਾਂ ਸਟੈਂਡਿੰਗ ਲਾਈਨ ਕਰਨੀ ਆ, ਉਹਦੇ ਨਾਲ ਗੱਲ ਨਹੀਂ ਬਣਨੀ। I was completely against for kids to go for online studies because first reason is they will not learn anything, and second reason was the cell phone is very dangerous for their health. So we are on a campaign to avoid cell phone for study or games for especially kids below 12 years. बट अनफॉर्चुनेटली जो ऑनलाइन स्टडी हैगी आ ਉਹਨੇ ਓਪਨ ਕਰ ਦਿੱਤਾ ਕਿ ਪੇਰੈਂਟਸ ਜੋ ਹੈ ਮਜਬੂਰ ਹੋ ਗਏ ਆਪਣੇ ਬੱਚਿਆਂ ਨੂੰ ਸੈੱਲਫੋਨ ਦੇਣ ਵਾਸਤੇ ਜਿਹੜੇ ਨਹੀਂ ਵੀ ਦੇਣਾ ਚਾਹੁੰਦੇ ਸੀ। ਐਂਡ ਟੀਚਰਸ ਹੂ ਯੂਜ਼ ਟੂ ਸੇ ਦੈਟ ਕਿ you don't have to use cell phone, ਜਾਂ if sometime some child bring a cell phone in a school or class, so that child was being punished. Now the same teachers they are saying that okay, and now you have to study online, you have to do your work from cell phone, okay, so the बिल्कुल change हो गया scenario। but मैं पहले भी उदां दा सी, मैं हुण भी उदां दा, because what I have analyzed and as per my knowledge and study, the cell phone has very bad effect on your physical health as well as mental health। ਬੱਚਿਆਂ ਦੀ ਫਿਜ਼ੀਕਲ ਹੈਲਥ ਖਰਾਬ ਹੋ ਰਹੀ ਹੈ, ਬੱਚਿਆਂ ਦੀ ਮੈਮਰੀ ਖਰਾਬ ਹੋ ਰਹੀ ਹੈ, ਬੱਚੇ ਜੋ ਹੈ ਐਂਜ਼ਾਈਟੀ ਔਰ ਸਟ੍ਰੈਸ ਦਾ ਸ਼ਿਕਾਰ ਹੋ ਰਹੇ ਨੇ। ਬੱਚੇ ਇੱਕ ਨਵੀਂ ਬਿਮਾਰੀ ਜਿਹਦਾ ਨਾਮ ਨੋਮੋਫੋਬੀਆ ਹੈਗਾ, ਨੋ ਮੋਬਾਈਲ ਫੋਨ ਫੋਬੀਆ, ਜੋ ਉਹਨਾਂ ਕੋਲ ਮੋਬਾਈਲ ਨਹੀਂ ਹੁੰਦਾ ਤੇ ਉਹ ਘਬਰਾਏ ਰਹਿੰਦੇ ਨੇ, ਬਿਕੋਜ਼ they want to spend their lot of time on cell phone, they don't want to interact with the real world but the virtual world। ਸੋ ਪਲੀਜ਼ ਇਸ ਚੀਜ਼ ਉੱਪਰ ਗੌਰ ਕਰੋ। ਅਸੀਂ ਸ਼ੁਰੂ ਤੋਂ ਹੀ ਜਦੋਂ ਲੋਕਡਾਊਨ ਲੱਗਾ ਸੀ ਅਸੀਂ ਇਹ ਕਹਿੰਦੇ ਸੀ ਕਿ ਇਫ ਸਕੂਲ ਵਿਲ ਸਟਾਰਟ ਦੈਨ ਛੋਟੇ ਛੋਟੇ ਬੈਚਸ ਦੇ ਵਿੱਚ ਕਲਾਸਿਸ ਲਓ। ਇਹ ਪਲੇ ਸਕੂਲਸ ਤਾਂ ਮੈਨੇਜ ਕਰ ਸਕਦਾ, ਵੱਡੇ ਸਕੂਲ ਨਹੀਂ ਕਰ ਸਕਦੇ ਕਿਉਂਕਿ ਉੱਥੇ ਸਟਰੈਂਥ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ।
ਅਸੀਂ ਇਹ ਪਲਾਨ ਕੀਤਾ ਸੀ, ਸਪੋਜ਼ ਕਿ ਸਾਡੇ ਕੋਲ 3 ਕਮਰੇ ਨੇ, 3 ਹੀ ਕਲਾਸਾਂ ਨੇ, ਪ੍ਰੀ ਨਰਸਰੀ, ਨਰਸਰੀ, LKG, ਤੇ 2-2 ਘੰਟੇ ਦੀਆਂ ਕਲਾਸਾਂ ਲਗਾਈਆਂ ਜਾਣ ਤੇ 2-2 ਘੰਟੇ ਦੇ ਵਿੱਚ 5 ਤੋਂ 7 ਬੱਚੇ ਆਣ ਤੇ ਐਟ ਏ ਟਾਈਮ, ਮਤਲਬ ਇੱਕ ਜੋ ਗਵਰਨਮੈਂਟ ਦਾ ਵੀ ਰੂਲ ਸੀਗਾ ਪਹਿਲਾਂ ਕਿ 20 ਤੋਂ ਜ਼ਿਆਦਾ ਲੋਕ ਨਹੀਂ ਹੋਣੇ ਚਾਹੀਦੇ, ਸਾਡੇ ਸਕੂਲ ਦੇ ਵਿੱਚ 20 ਤੋਂ ਜ਼ਿਆਦਾ ਬੱਚੇ ਨਾ ਹੋਣ। ਹੁਣ ਵੀ ਅਸੀਂ ਉਸ ਚੀਜ਼ ਨੂੰ ਫੋਲੋ ਕਰ ਰਹੇ ਹਾਂ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਪੜ੍ਹਾਉਣਾ ਆ, ਵਾਕਿਆ ਹੀ ਉਹਦਾ ਸਾਲ ਨਹੀਂ ਖਰਾਬ ਕਰਨਾ, ਤਾਂ ਉਹਨੂੰ ਇਹੋ ਜਿਹੇ ਮਾਹੌਲ ਵਿੱਚ ਭੇਜੋ ਜੋ ਇੱਦਾਂ ਦੇ ਨੋਰਮਸ ਦੇ ਉੱਤੇ ਕੰਮ ਕਰ ਰਹੇ ਨੇ ਕਿ ਤੁਹਾਡਾ ਬੱਚਾ ਜੋ ਹੈ ਉਹ 5 ਤੋਂ 7 ਦੇ ਗਰੁੱਪ ਤੋਂ ਜ਼ਿਆਦਾ ਬੱਚਿਆਂ ਦੇ ਵਿੱਚ ਨਾ ਹੋਏ। ਟੀਚਰਸ ਔਰ ਕੇਅਰ ਟੇਕਰਸ ਵਾਸਤੇ ਫਿਜ਼ੀਬਲ ਹੋਏ ਕਿ ਉਹਨਾਂ ਨੂੰ ਬੱਚਿਆਂ ਨੂੰ ਹੈਂਡਲ ਕਰ ਸਕਣ, ਉਹਨਾਂ ਦੀ ਸੋਸ਼ਲ ਡਿਸਟੈਂਸਿੰਗ, ਕਲੀਨਿੰਗ ਔਰ ਇਹ ਸਾਰੀ ਚੀਜ਼ਾਂ ਦਾ ਖਿਆਲ ਰੱਖ ਸਕਣ। ਸਕੂਲ ਨੂੰ 8 ਘੰਟੇ ਲਗਾਇਆ ਜਾ ਸਕਦਾ ਆ, 4 ਬੈਚ। ਜੇ ਮੰਨ ਲਓ ਕਿਸੇ ਪਲੇ ਸਕੂਲ ਦੀ ਸਟਰੈਂਥ 80 ਬੱਚਿਆਂ ਦੀ ਹੈਗੀ ਹੈ, ਤੁਸੀਂ ਸਵੇਰੇ 8 ਵਜੇ ਸ਼ੁਰੂ ਕਰੋ, ਸ਼ਾਮ ਦੇ 6 ਵਜੇ ਤੱਕ ਲਗਾਓ ਸਕੂਲ, ਅਲੱਗ-ਅਲੱਗ ਟਾਈਮਸ ਤੇ ਬੱਚੇ ਬੁਲਾਓ। ਅਸੀਂ ਵੀ ਇਦਾਂ ਹੀ ਕਰ ਰਹੇ ਹੈਗੇ ਆ। ਹਜੇ ਤਾਂ ਚਲੋ ਪੇਰੈਂਟਸ ਵਾਸਤੇ ਇਹ ਮੈਸੇਜ ਹੈਗਾ ਕਿ ਤੁਸੀਂ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਸ਼ੁਰੂ ਕਰੋ, ਉਹਨਾਂ ਨੂੰ ਸਕੂਲ ਭੇਜਣਾ ਸ਼ੁਰੂ ਕਰੋ। ਦੂਸਰਾ ਮੈਥਡ ਅਸੀਂ ਇਹ ਅਪਣਾਇਆ ਕਿ ਅਸੀਂ ਆਪਣੇ ਟੀਚਰਸ ਨੂੰ ਰਾਈਟ ਦੇ ਦਿੱਤੇ ਕਿ ਜਿਹੜੇ ਪੇਰੈਂਟਸ ਹੈਗੇ ਨੇ ਜਿਨ੍ਹਾਂ ਨੂੰ ਸਾਡੇ ਟੀਚਰਸ ਦੇ ਘਰ ਨੇੜੇ ਲੱਗਦੇ ਹੈਗੇ, ਟੀਚਰਸ ਹੀ ਆਪਣੇ ਘਰਾਂ ਦੇ ਵਿੱਚ ਛੋਟੇ ਗਰੁੱਪਸ ਦੇ ਵਿੱਚ ਉਹਨਾਂ ਨੂੰ ਪੜ੍ਹਾ ਦੇ। ਉਹ ਕਨਸੈਪਟ ਮੈਂ ਹੀ ਇੰਟਰੋਡਿਊਸ ਕੀਤਾ ਸੀ। ਦੈਟ ਕਨਸੈਪਟ ਵਾਸ ਸਟੱਡੀ ਸੈਂਟਰਸ ਆਫ ਆਵਰ ਪ੍ਰੀ ਸਕੂਲਸ। ਇਹਦਾ ਫਾਇਦਾ ਕੀ ਹੋ ਗਿਆ ਕਿ ਇੱਕ ਤਾਂ ਸਾਡਾ ਡਿਸਟਰੀਬਿਊਟਡ ਹੋ ਗਈ ਪੜ੍ਹਾਈ, ਬਟ ਪੜ੍ਹਾਈ ਦਾ ਤਰੀਕਾ ਜਿਹੜਾ ਆ ਉਹੀ ਸਕੂਲ ਵਾਲਾ ਹੋਇਆ। ਆਨਲਾਈਨ ਦੇ ਬਦਲੇ ਆਫਲਾਈਨ ਮੋਡ 'ਚ ਚਲੇ ਗਏ। ਪੇਰੈਂਟਸ ਨੂੰ ਜ਼ਿਆਦਾ ਦੂਰ ਨਹੀਂ ਜਾਣਾ ਪਿਆ, ਟਰਾਂਸਪੋਰਟ ਦੇ ਖਰਚੇ ਵੀ ਬਚ ਗਏ ਉਹਨਾਂ ਦੇ। ਟਿਊਸ਼ਨ ਫੀਸ ਜਿਹੜੀ ਹੈਗੀ ਆ ਉਸ ਏਰੀਏ ਦੇ ਹਿਸਾਬ ਨਾਲ ਹੀ ਰੱਖੀ, ਠੀਕ ਹੈ, ਤਾਂ ਕਿ ਪੇਰੈਂਟਸ ਦੀ ਪਾਕਟ ਤੇ ਵੀ ਭਾਰੀ ਨਾ ਪਏ। ਐਡਮਿਸ਼ਨ ਫੀਸ ਅਸੀਂ ਵੇਵਡ ਆਫ ਵੀ ਕਰ ਦਿੱਤੀ ਸੀਗੀ, ਰਾਈਟ। ਹੁਣ ਵੀ ਅਸੀਂ 50% ਐਡਮਿਸ਼ਨ ਫੀਸ ਤੇ ਕੰਮ ਕਰ ਰਹੇ ਹਾਂ। ਤੇ ਦੋਸਤੋ ਇਹੀ ਤਰੀਕਾ ਹੈਗਾ ਆ, ਜੇ ਛੋਟੇ ਬੱਚਿਆਂ ਦੀ ਪੜ੍ਹਾਈ ਬਚਾਉਣੀ ਹੈ, ਉਹਨਾਂ ਦਾ ਬੇਸ ਬਣਾਉਣਾ ਹੈਗਾ, ਤੇ ਉਹਨਾਂ ਨੂੰ ਸਕੂਲ ਸੈਂਡ ਕਰਨਾ ਸ਼ੁਰੂ ਕਰੋ, ਬਟ ਐਦਾਂ ਦੇ ਸਕੂਲਸ ਜਿਹੜੇ ਕਿ ਪੂਰੀ ਰਿਸਪੌਂਸਿਬਿਲਿਟੀ ਲੈ ਰਹੇ ਆ। So at our Guru Nanak Kiddies World School Rama Mandi we have started taking admissions ਹੋ ਰਹੀਆਂ ਪ੍ਰੀ ਨਰਸਰੀ, ਨਰਸਰੀ, LKG, UKG ਦੇ ਵਿੱਚ, ਔਰ ਬਾय द ग्रेस ऑफ गॉड ਸਾਰਾ ਕੁਝ ਪਰਮਾਤਮਾ ਨੇ ਕਰਨਾ ਆ। ਤੇ ਅਸੀਂ ਜੋ ਹੈ ਪੂਰੇ ਜ਼ੋਰ ਸ਼ੋਰ ਨਾਲ, ਪੂਰੇ ਐਫਰਟਸ ਲਗਾ ਕੇ ਤੁਹਾਡੇ ਬੱਚੇ ਦਾ ਜੋ ਲਾਸ ਹੋਇਆ ਪਾਸ ਦੇ ਵਿੱਚ ਉਹਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਬਿਨਾਂ ਬੱਚੇ ਨੂੰ ਤੇ ਤੁਹਾਨੂੰ ਸਟ੍ਰੈਸ ਦਿੱਤੇ। So this was the session. Maybe it was very lengthy but it is very useful। ਤੇ ਇਹਨੂੰ ਬਾਕੀ ਪੇਰੈਂਟਸ ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੇ ਗ੍ਰੈਂਡ ਪੇਰੈਂਟਸ ਹਜੇ ਨਹੀਂ ਮੰਨ ਰਹੇ ਹੈਗੇ ਕਿ ਬੱਚੇ ਨੂੰ ਸਕੂਲ ਭੇਜੀਏ ਨਾ ਭੇਜੀਏ, ਉਹਨਾਂ ਨਾਲ ਸ਼ੇਅਰ ਜ਼ਰੂਰ ਕਰੋ, ਕਿਉਂਕਿ ਪੜ੍ਹਾਈ ਦਾ ਲਾਸ ਅੱਗੇ ਜਾ ਕੇ ਤੁਹਾਨੂੰ ਵੀ ਪਤਾ ਲੱਗੇਗਾ ਤੇ ਉਹਨਾਂ ਬੱਚਿਆਂ ਨੂੰ ਵੀ ਪਤਾ ਲੱਗੇਗਾ ਜਿਨ੍ਹਾਂ ਦੀ ਪੜ੍ਹਾਈ ਸ਼ੁਰੂ ਨਹੀਂ ਹੋ ਸਕੀ। ਇਸੇ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਥੈਂਕ ਯੂ ਵੈਰੀ ਮਚ। ਸ਼ੇਅਰ ਦਿਸ ਵੀਡੀਓ ਟੂ ਅਦਰਸ for information sharing and for the help of each other. Thanks. Bye bye.